खबर हुशियारपुर तो सामने आ रही है। JCT ਜ਼ਮੀਨ ਘੁਟਾਲੇ ਵਿੱਚ ਅਦਾਲਤ ਵੱਲੋਂ ਉਹਨਾਂ ਨੂੰ ਦੋਸ਼ ਮੁਕਤ ਕਰਨ ਦਾ ਸੱਚ ਦੀ ਜਿੱਤ। ਵਿਧਾਇਕ ਅਰੋੜਾ ਵਿਰੋਧੀਆਂ ਦੇ ਆਰੋਪਾਂ ਦਾ ਆਗਾਮੀ ਚੋਣਾਂ ਵਿੱਚ ਜਨਤਾ ਖੁਦ ਦੇਵੇਗੀ ਜਵਾਬ। ਮਾਨਯੋਗ ਲੋਕਪਾਲ ਪੰਜਾਬ ਦੇ ਜੱਜ ਵਿਨੋਦ ਕੁਮਾਰ ਸ਼ਰਮਾ ਵੱਲੋਂ ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਸੁੰਦਰ ਸ਼ਾਮ ਅਰੋੜਾ ਦੇ ਖਿਲਾਫ JCT ਇਲੈਕਟ੍ਰੋਨਿਕਸ ਦੀ 32 ਏਕੜ ਜ਼ਮੀਨ ਦੇ ਮਾਮਲੇ ਵਿੱਚ ਘੁਟਾਲੇ ਸੰਬੰਧੀ CBI ਅਤੇ ਹੋਰ ਏਜੰਸੀਆਂ ਦੁਆਰਾ ਮਾਮਲੇ ਦੀ ਸੁਣਵਾਈ ਕਰਦੇ ਹੋਏ ਉਹਨਾਂ ਨੂੰ ਖਾਰਜ ਕਰ ਦਿੱਤਾ ਗਿਆ ਹੈ ਅਤੇ ਸ਼੍ਰੀ ਅਰੋੜਾ ਨੂੰ ਬੇਦਾਗ ਹੋਣ ਦੀ ਕਲੀਨ ਚਿੱਟ ਦੇ ਦਿੱਤੀ ਗਈ ਹੈ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਦੁਆਰਾ ਸਬੂਤਾਂ ਅਤੇ ਦਸਤਾਵੇਜ਼ਾਂ ਦੇ ਆਧਾਰ ਤੇ ਫੈਸਲਾ ਸੁਣਾਇਆ ਹੈ ਔਰ ਹੋਰ ਏਜੰਸੀਆਂ ਦੁਆਰਾ ਮਾਮਲੇ ਦੀ ਸੁਣਵਾਈ ਕਰਦੇ ਹੋਏ ਉਹਨਾਂ ਨੂੰ ਖਾਰਜ ਕਰ ਦਿੱਤਾ ਗਿਆ ਹੈ ਅਤੇ ਸ਼੍ਰੀ ਅਰੋੜਾ ਨੂੰ ਬੇਦਾਗ ਹੋਣ ਦੀ ਕਲੀਨ ਚਿੱਟ ਦੇ ਦਿੱਤੀ ਗਈ ਹੈ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਦੁਆਰਾ ਸਬੂਤਾਂ ਅਤੇ ਦਸਤਾਵੇਜ਼ਾਂ ਦੇ ਆਧਾਰ ਤੇ ਫੈਸਲਾ ਸੁਣਾਇਆ ਹੈ। ਦੇਖਦੇ ਹਾਂ ਕੀ ਹੈ ਇਹ ਪੂਰਾ ਮਾਮਲਾ। ਕਿ ਮੈਂ ਕਿਤੇ ਬਾਹਰ ਸੀ, ਹੁਣੇ ਆਇਆ। ਮੈਂ ਪਹਿਲਾਂ ਕਰਨਾ ਚਾਹੁੰਦਾ ਸੀ, ਲੇਟ ਹੋ ਗਿਆ। ਤੇ ਮੈਂ ਤੁਹਾਨੂੰ ਇੱਥੇ ਕਿਉਂ ਬੁਲਾਇਆ, ਇਹਦੇ ਬਾਰੇ ਅੱਜ ਮੈਂ ਤੁਹਾਡੇ ਨਾਲ ਵਿਸਤਾਰਪੂਰਵਕ ਚਰਚਾ ਕਰਨਾ ਚਾਹੁੰਦਾ ਔਰ ਸਾਂਝੇ ਤੌਰ ਤੇ ਇਹ ਗੱਲ ਕਰਨੀ ਚਾਹੁੰਦਾ ਕਿ ਮੈਨੂੰ ਕੋਈ ਸਿਆਸਤ 'ਚ ਆਇਆ ਪਿਛਲੇ 25 ਸਾਲ ਤੋਂ ਮੈਂ ਐਕਟਿਵ ਪੋਲਿਟਿਕਸ 'ਚ ਹਾਂ ਤੇ ਬੜੇ ਜ਼ਿੰਦਗੀ 'ਚ ਮੈਂ ਉਤਰਾਅ ਚੜਾਅ ਦੇਖੇ ਆ ਔਰ ਹੁਸ਼ਿਆਰਪੁਰ ਦੇ ਲੋਕਾਂ ਨੇ ਮੈਨੂੰ 2 ਵਾਰ ਇੱਥੋਂ ਵਿਧਾਨਕਾਰ ਬਣਾਇਆ। ਤੀਜੀ ਵਾਰ ਵੀ ਮੈਂ ਲੋਕਾਂ ਦਾ ਆਸ਼ੀਰਵਾਦ ਲੈਣ ਲਈ ਹੁਣ ਜਾਣਾ ਹੈ। ਮੈਂ ਬੜੇ ਇੱਕ ਸਧਾਰਨ ਪਰਿਵਾਰ 'ਚ ਪੈਦਾ ਹੋਇਆ ਸੀ। ਬੜੀ ਗਰੀਬੀ ਦੇ ਵਿੱਚ ਸਮਾਂ ਕੱਟਦੇ ਹੋਏ ਜਦੋਂ ਬਿਜ਼ਨਸ ਅੱਛਾ ਹੋਇਆ ਤੇ ਮੈਂ ਚੈਰਿਟੀ ਦਾ ਕੰਮ ਕਰਦਾ ਸੀ ਤੇ ਮੈਂ ਇੱਕ ਸਿਆਸਤ ਦਾ ਪਲੇਟਫਾਰਮ ਪੋਲੀਟੀਕਲ ਪਲੇਟਫਾਰਮ ਇਸ ਲਈ ਲਿਆ ਕਿ ਸ਼ਾਇਦ ਮੈਂ ਸਮਾਜ ਸੇਵਾ ਬਹੁਤ ਅੱਛੀ ਤਰ੍ਹਾਂ ਕਰ ਸਕਦਾ ਤੇ ਉਹਦੇ ਕਾਰਨ ਮੈਂ ਸਿਆਸਤ ਦੇ ਵਿੱਚ ਆਇਆ। ਲੋਕਾਂ ਨੇ ਮੈਨੂੰ ਬਹੁਤ ਸਹਿਯੋਗ ਦਿੱਤਾ। 2 ਵਾਰ ਮੈਨੂੰ MLA ਬਣਾਇਆ। ਤੀਜੀ ਵਾਰ ਹੁਣ ਮੈਂ ਫਿਰ ਲੋਕਾਂ ਦੇ ਵਿੱਚ ਜਾ ਰਿਹਾ ਆਸ਼ੀਰਵਾਦ ਲੈਣ ਲਈ। ਮੈਂ ਆਪਣੀ ਲਾਈਫ ਦੇ ਵਿੱਚ ਆਪਣੇ ਸਵਾਰਥਾਂ ਲਈ ਕਦੀ ਰਾਜਨੀਤੀ ਨਹੀਂ ਕੀਤੀ, ਮੁੱਦਿਆਂ ਤੇ ਰਾਜਨੀਤੀ ਕੀਤੀ। ਜਦੋਂ ਮੈਂ ਵਿਪਕਸ਼ ਦਾ MLA ਸੀ, ਜਿੰਨੇ ਵੀ ਮੈਂ ਵਿਧਾਨ ਸਭਾ 'ਚ ਕੁਐਸਚਨ ਕੀਤੇ ਸਾਰੇ ਮੁੱਦਿਆਂ ਤੇ ਕੀਤੇ। ਕਦੀ ਮੈਂ ਸਵਾਰਥ ਦਾ ਕੁਐਸਚਨ ਵਿਧਾਨ ਸਭਾ 'ਚ ਨਹੀਂ ਕੀਤਾ। ਇੱਥੇ ਤੁਸੀਂ ਵੀ ਜਾਣਦੇ ਹੋ ਤੇ ਮੇਰੇ ਸਾਰੇ ਇਹ ਜਿਹੜੇ ਆ ਹੁਸ਼ਿਆਰਪੁਰ ਦੇ ਲੋਕ ਵੀ ਜਾਣਦੇ ਨੇ। ਔਰ ਮੈਂ ਕਦੀ ਕਿਸੇ ਵੀ ਸਿਆਸਤ ਵਿਰੋਧੀ ਪਾਰਟੀ ਦੇ ਜਿੰਨੇ ਵੀ ਲੀਡਰ ਸਾਹਿਬਾਨ ਨੇ, ਜਿੰਨੇ ਵੀ ਸਿਆਸਤਦਾਨ ਨੇ, ਮੈਂ ਕਦੀ ਕਿਸੇ ਦੇ ਅਗੇਂਸਟ ਅਜੇ ਤੱਕ ਇੱਕ ਸ਼ਬਦ ਨਹੀਂ ਕਿਹਾ। ਮੈਂ ਇਹਦੇ ਤੇ ਵਿਸ਼ਵਾਸ ਨਹੀਂ ਰੱਖਦਾ। ਕਿਸੇ ਨੂੰ ਕੁਝ ਕਹਿਣ ਦੇ ਮੈਂ ਇਹਦੇ ਤੇ ਵਿਸ਼ਵਾਸ ਨਹੀਂ ਕਰਦਾ। ਮੈਂ ਸਿਰਫ ਮੁੱਦਿਆਂ ਤੇ ਰਾਜਨੀਤੀ ਕੀਤੀ ਹੈ। ਔਰ ਦੂਜੀ ਵਾਰ ਜਦੋਂ ਮੈਨੂੰ ਹੁਸ਼ਿਆਰਪੁਰ ਦੇ ਲੋਕਾਂ ਨੇ MLA ਬਣਾਇਆ, ਸਰਕਾਰ ਦੇ ਵਿੱਚ ਮੈਨੂੰ ਕੈਬਨਿਟ ਮੰਤਰੀ ਬਣਾਇਆ ਕਾਂਗਰਸ ਪਾਰਟੀ ਨੇ ਔਰ ਮੈਂ ਬੜੀ ਮਿਹਨਤ ਕੀਤੀ। ਅੱਜ ਤੁਸੀਂ ਹੁਸ਼ਿਆਰਪੁਰ ਦੀ ਡਿਵੈਲਪਮੈਂਟ ਦੇਖ ਰਹੇ ਆ ਔਰ ਕਿੱਥੇ ਹੁਸ਼ਿਆਰਪੁਰ ਦੀ ਡਿਵੈਲਪਮੈਂਟ ਪਹੁੰਚੀ ਹੈ, ਉਹੀ ਹੁਸ਼ਿਆਰਪੁਰ ਹੈ। ਅੱਜ ਨਵਾਂ ਇੱਕ ਹੁਸ਼ਿਆਰਪੁਰ ਨਜ਼ਰ ਆਉਂਦਾ ਹੈ। ਇਹ ਸਾਰਾ ਹੁਸ਼ਿਆਰਪੁਰ ਵਾਸੀਆਂ ਦਾ ਆਸ਼ੀਰਵਾਦ ਹੈ। ਪਿਛਲੇ 6-7 ਮਹੀਨਿਆਂ ਤੋਂ ਕੁਝ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਮੇਰੇ ਤੇ ਗਲਤ ਟਿੱਪਣੀਆਂ ਕੀਤੀਆਂ, ਗਲਤ ਇਲਜ਼ਾਮ ਲਗਾਏ, ਜਿਹਦੇ ਨਾਲ ਮੈਨੂੰ ਬੜੀ ਪਰੇਸ਼ਾਨੀ ਸੀ। ਪਰ ਮੈਨੂੰ ਹੁਸ਼ਿਆਰਪੁਰ ਦੇ ਲੋਕਾਂ ਤੇ ਔਰ ਉਸ ਪਰਮ ਪਿਤਾ ਪਰਮਾਤਮਾ ਤੇ ਵਿਸ਼ਵਾਸ ਸੀ ਕਿ ਇਹ ਜਿਹੜੇ ਝੂਠੇ ਇਲਜ਼ਾਮ ਨੇ ਇੱਕ ਦਿਨ ਖਤਮ ਹੋਣਗੇ। ਸਦਾ ਸੱਚ ਦੀ ਜਿੱਤ ਹੁੰਦੀ ਹੈ ਤੇ ਇਹਨਾਂ ਮੇਰੇ ਮਨ ਦੇ ਵਿੱਚ ਇਹਨਾਂ ਨੇਤਾਵਾਂ ਦੇ ਪ੍ਰਤੀ ਕਦੀ ਕੋਈ ਮਤਲਬ ਇਹ ਚੀਜ਼ ਨਹੀਂ ਆਈ, ਦਵੇਸ਼ ਨਹੀਂ ਪੈਦਾ ਹੋਇਆ ਕਿ ਮੇਰੇ ਵਿਰੁੱਧ ਕੀ ਕਹਿ ਰਹੇ ਨੇ। ਮੈਨੂੰ ਤਾਂ ਆਪਣੀ ਹੁੰਦਾ ਕਿ ਮੈਂ ਸੇਵਾ ਕਰਨੀ ਹੈ, ਲੋਕਾਂ ਦੀ ਸੇਵਾ 'ਚ ਜਾਣਾ। ਜਿਹੜਾ ਮੈਂ ਪਲੇਟਫਾਰਮ ਹੈ ਰਾਜਨੀਤੀ ਦਾ, ਇਸ ਕਰਕੇ ਬਣਾਇਆ ਸੀ ਕਿ ਮੈਂ ਲੋਕਾਂ ਦੀ ਜਿਹੜੀ ਸੇਵਾ ਇੱਕ ਅੱਛੇ ਤਰੀਕੇ ਨਾਲ ਕਰ ਸਕਾਂ। ਇਹ ਜਿਹੜੇ ਵਿਰੋਧੀ ਪਾਰਟੀ ਦੇ ਲੀਡਰ ਨੇ, ਇਹਨਾਂ ਨੇ ਮੇਰੀ ਰਾਜਨੀਤਿਕ ਲਕੀਰ ਨੂੰ ਛੋਟਾ ਕਰਨ ਦੀ ਕੋਸ਼ਿਸ਼ ਕੀਤੀ ਗਲਤ ਇਲਜ਼ਾਮ ਲਗਾ ਕੇ। ਇਨਸਾਨ ਨੂੰ ਚਾਹੀਦਾ ਤਾਂ ਇਹ ਹੈ ਕਿ ਅੱਛੇ ਕੰਮ ਕਰਕੇ
ਆਪਣੀ ਰਾਜਨੀਤੀ ਨੂੰ ਅੱਗੇ ਲੈ ਕੇ ਜਾਵੇ, ਆਪਣੇ ਕੱਦ ਨੂੰ ਅੱਗੇ ਲੈ ਕੇ ਜਾਵੇ। ਪਰ ਇਹਨਾਂ ਨੇ ਝੂਠੇ ਇਲਜ਼ਾਮ ਲਗਾ ਕੇ ਮੇਰੀ ਰਾਜਨੀਤਿਕ ਜਿਹੜਾ ਕੱਦ ਸੀ ਉਹਨੂੰ ਛੋਟਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਮੈਨੂੰ ਪਰਮਪਿਤਾ ਪਰਮਾਤਮਾ ਤੇ ਵਿਸ਼ਵਾਸ ਸੀ ਕਿ ਇੱਕ ਦਿਨ ਸੱਚ ਜਿਹੜਾ ਹੈ ਉਹ ਸਾਹਮਣੇ ਆਏਗਾ। ਇਹ ਝੂਠੇ ਇਲਜ਼ਾਮ ਲਗਾਉਂਦੇ ਰਹੇ, ਅਲੱਗ-ਅਲੱਗ ਸ਼ਹਿਰਾਂ ਵਿੱਚ ਜਾ ਕੇ ਪ੍ਰੈਸ ਕਾਨਫਰੰਸ ਕਰਦੇ ਰਹੇ, ਪ੍ਰੈਸ ਨੋਟ ਦਿੰਦੇ ਰਹੇ। ਤੁਹਾਨੂੰ ਵੀ ਬਹੁਤ ਵਾਰ ਇਹਨਾਂ ਨੇ ਤੁਹਾਡੇ ਨਾਲ ਪ੍ਰੈਸ ਕਾਨਫਰੰਸ ਕਰਕੇ ਬੜੇ ਝੂਠੇ ਇਲਜ਼ਾਮ ਲਗਾਏ, ਪਰ ਮੈਂ ਕਦੀ ਕਿਸੇ ਚੀਜ਼ ਦਾ ਜਵਾਬ ਨਹੀਂ ਦਿੱਤਾ। ਮੈਂ ਸਦਾ ਸਾਇਲੈਂਟ ਰਿਹਾ। ਮੇਰੀ ਕਦੀ ਆਦਤ ਨਹੀਂ ਕਿਸੇ ਵਿਰੁੱਧ ਕੁਝ ਵੀ ਕਹਿਣ ਦੀ। ਪਰ ਅੱਜ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ, ਇਹਨਾਂ ਨੇ ਮਾਨਯੋਗ ਲੋਕਪਾਲ ਵਿੱਚ ਮੇਰੇ ਵਿਰੁੱਧ ਇੱਕ ਸ਼ਿਕਾਇਤ ਕੀਤੀ ਸੀ। ਮਾਨਯੋਗ ਲੋਕਪਾਲ ਦੇ ਵਿੱਚ ਇਹਨਾਂ ਨੇ ਮੇਰੇ ਵਿਰੁੱਧ ਇੱਕ ਸ਼ਿਕਾਇਤ ਕੀਤੀ ਸੀ ਕਿ ਇਹਨਾਂ ਤੇ ਕਿਉਂ ਨਾ ਵਿਜੀਲੈਂਸ ਤੇ CBI ਦੀ ਜਾਂਚ ਕਰਾਈ ਜਾਏ। ਤੋ ਜਸਟਿਸ ਕੀ ਨਾਂ ਸੀ ਜਸਟਿਸ ਦਾ? ਜਸਟਿਸ ਵਿਨੋਦ ਕੁਮਾਰ ਸ਼ਰਮਾ ਦੀ ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਇਹਨਾਂ ਦੀਆਂ ਸਾਰੀਆਂ ਜੋ ਮੇਰੇ ਵਿਰੁੱਧ ਸ਼ਿਕਾਇਤ ਕੀਤੀ ਸੀ ਉਹਨੂੰ ਰੱਦ ਕਰਦਿਆਂ ਹੋਇਆਂ ਉਸ ਸ਼ਿਕਾਇਤ ਨੂੰ ਡਿਸਮਿਸ ਕੀਤਾ ਤੇ ਮੈਨੂੰ ਬੇਦਾਗ ਸਾਬਤ ਕੀਤਾ ਵੀ ਕਿਸੇ ਕਿਸਮ ਦਾ ਜਿਹੜੀ ਇਹਨਾਂ ਦੀ ਸ਼ਿਕਾਇਤ ਹੈ ਇਹ ਤੱਥਾਂ ਤੋਂ ਪਰੇ ਹੈ। ਕੋਈ ਵੀ ਇਹ ਪ੍ਰੂਫ ਉਹਦੇ ਵਿੱਚ ਨਹੀਂ ਦੇ ਸਕੇ ਤਾਂ ਉਸ ਇਹਨਾਂ ਦੀ ਸ਼ਿਕਾਇਤ ਨੂੰ ਡਿਸਮਿਸ ਕਰ ਦਿੱਤਾ। ਹਾਂਜੀ ਹਾਂ, ਮੈਂ ਦੱਸ ਰਿਹਾ ਕਿ ਇਹ ਜਿਹੜੇ ਇਹਨਾਂ ਨੇ ਮੇਰੇ ਤੇ JC ਤੇ ਆਰੋਪ ਲਗਾਏ ਸੀ ਤੇ ਮੈਂ ਉਸ ਅੱਜ ਸਿਰਫ ਉਨੀ ਗੱਲ ਕਰਾਂਗਾ ਜਿੰਨੀ ਫੈਸਲੇ ਦੇ ਵਿੱਚ ਹੈ। ਮੈਂ ਕੋਈ ਤੁਹਾਨੂੰ ਫੈਸਲੇ ਦੀ ਕਾਪੀ ਵੀ ਦਿਆਂਗਾ। ਮੈਂ ਕੋਈ ਉਹ ਤੋਂ ਬਾਹਰ ਜਾ ਕੇ ਗੱਲ ਨਹੀਂ ਕਰਾਂਗਾ। ਇਹਨਾਂ ਨੇ ਮੇਰੀ ਸਿਆਸਤ ਦਾ ਕੱਦ ਛੋਟਾ ਕਰਨ ਦੇ ਲਈ, ਇਹਨਾਂ ਨੇ ਮੈਨੂੰ ਪਰੇਸ਼ਾਨ ਕਰਨ ਦੇ ਲਈ ਝੂਠੇ ਇਲਜ਼ਾਮ, ਰੋਜ਼ ਪ੍ਰੈਸ ਕਾਨਫਰੰਸ, ਕਦੀ ਵਿਰੋਧੀ ਪਾਰਟੀਆਂ ਨੇ ਜਲੰਧਰ 'ਚ ਪ੍ਰੈਸ ਕਾਨਫਰੰਸ, ਕਦੀ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ, ਕਦੀ ਹੁਸ਼ਿਆਰਪੁਰ ਕਾਨਫਰੰਸ, ਕਦੀ ਕਿਤੇ, ਲੇਕਿਨ ਮੈਂ ਕਦੀ ਕਿਸੇ ਦਾ ਜਵਾਬ ਨਹੀਂ ਦਿੱਤਾ। ਇਹ ਚੀਜ਼ਾਂ ਸਾਰੀਆਂ ਮੈਂ ਬਰਦਾਸ਼ਤ ਕਰਦਾ ਰਿਹਾ। ਮੈਨੂੰ ਪਰਮਪਿਤਾ ਪਰਮਾਤਮਾ ਤੇ ਉਸ ਨਿਆਂਪਾਲਿਕਾ ਤੇ ਵਿਸ਼ਵਾਸ ਸੀ ਕਿ ਉਹ ਸੱਚ ਸਦਾ ਸਾਹਮਣੇ ਆਉਂਦਾ। ਤੇ ਅੱਜ ਜਿਹੜਾ 3 ਦਸੰਬਰ ਨੂੰ ਮਾਨਯੋਗ ਜਸਟਿਸ ਵਿਨੋਦ ਕੁਮਾਰ ਸ਼ਰਮਾ ਦੀ ਅਦਾਲਤ ਨੇ ਮੇਰੇ ਇਹਨੂੰ ਨਿਰਦੋਸ਼ ਸਾਬਤ ਕੀਤਾ ਤੇ ਇਹਨਾਂ ਦੀ ਜਿਹੜੀ ਸ਼ਿਕਾਇਤ ਸੀ ਉਹਨੂੰ ਡਿਸਮਿਸ ਕੀਤਾ। शिकायत करने की है? ਹਾਂਜੀ, शिकायत करता कौन सी? अच्छा, ਇਹ ਸ਼ਿਕਾਇਤ ਦਾ 3 ਮੈਨੂੰ ਤਾਂ ਹੁਣੀ ਆਇਆ ਜੀ ਮੇਰੇ ਕੋਲ ਫੈਸਲਾ। ਇਹ 3/12 ਡੇਟ ਸੀ। नहीं शिकायत की थी। ਇਹ ਮੈਂ ਸ਼ਾਇਦ ਕੋਈ ਸਰਦਾਰ ਵੀਰ ਦਵਿੰਦਰ ਸਿੰਘ ਹੈ ਔਰ ਇਹ ਜਿਹੜੇ ਮੇਰੇ ਵਿਰੋਧੀ ਨੇ, ਇਹ ਤੁਹਾਨੂੰ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ, ਤੁਹਾਨੂੰ ਪਤਾ ਹੈ ਸਾਰੇ ਇਕੱਠੇ ਨੇ। ਇਹਨਾਂ ਨੇ ਮਿਲ ਜੁਲ ਕੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਮੇਰਾ ਸਿਆਸੀ ਕੱਦ ਛੋਟਾ ਕਰਨ ਦੀ ਕੋਸ਼ਿਸ਼ ਕੀਤੀ। ਤਾਂ ਮੈਨੂੰ ਪਰਮਪਿਤਾ ਪਰਮਾਤਮਾ ਤੇ ਵਿਸ਼ਵਾਸ ਸੀ ਤੇ ਨਿਆਂਪਾਲਿਕਾ ਤੇ ਵਿਸ਼ਵਾਸ ਸੀ ਕਿ ਇੱਕ ਦਿਨ ਸੱਚ ਸਾਹਮਣੇ ਆਏਗਾ। ਉਹਨਾਂ ਨੇ ਇਹਨਾਂ ਦੇ ਸਾਰੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਉਸ ਜਿਹੜੀ ਇਹਨਾਂ ਨੇ ਮੇਰੇ ਖਿਲਾਫ ਸ਼ਿਕਾਇਤ ਕੀਤੀ ਸੀ ਉਹਨੂੰ ਡਿਸਮਿਸ ਕੀਤਾ ਤੇ ਮੈਨੂੰ ਬਿਲਕੁਲ ਇੱਕ ਤਰ੍ਹਾਂ ਸਾਫ਼ ਬਰੀ ਕੀਤਾ ਕਿ ਮੇਰਾ ਇਸ ਕੇਸ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ। ਉਹਦੀ ਅੱਜ ਮੈਂ ਤੁਹਾਨੂੰ ਫੈਸਲੇ ਦੀ ਕਾਪੀ ਵੀ ਦੇਵਾਂਗਾ। ਇੱਕ ਇਹਨਾਂ ਨੇ ਹੋਰ, ਤੁਹਾਨੂੰ ਯਾਦ ਹੋਏਗਾ, ਇੱਕ ਪ੍ਰੈਸ ਕਾਨਫਰੰਸ ਇਹਨਾਂ ਨੇ ਤੁਹਾਡੇ ਨਾਲ ਹੋਰ ਕੀਤੀ ਸੀ। ਜਿਹੜੇ ਸਾਡੇ ਡਾਇਰੈਕਟਰ ਸੀ 2 ਉੱਥੋਂ ਕੱਢੇ ਹੋਏ ਪਿੱਛੇ ਮਾਨਯੋਗ ਸਾਡੇ ਜਿਹੜੇ ਵਿਰੋਧੀ ਧਿਰ ਦੇ ਮੇਰੇ ਵਿਰੁੱਧ ਇਲੈਕਸ਼ਨ ਲੜਦੇ ਨੇ, ਮੈਂ ਨਾਮ ਨਹੀਂ ਕਿਸੇ ਦਾ ਲਵਾਂਗਾ, ਉਹਨਾਂ ਨੇ ਉਹਨਾਂ ਨੂੰ ਪੇਸ਼ ਕਰਕੇ ਕਿਹਾ ਸੀ ਕਿ ਅਸੀਂ ਇਹਨਾਂ ਦਾ ਕਹਿਣਾ ਨਹੀਂ ਮੰਨਿਆ ਤੇ ਤਾਂ ਕਰਕੇ ਸਾਨੂੰ ਇਹਨਾਂ ਨੇ ਉਹਦੇ ਚੋਂ ਡਾਇਰੈਕਟਰਸ਼ਿਪ ਤੋਂ ਕੱਢਿਆ ਗਿਆ। ਪਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ, ਉਹਦੇ ਲਈ ਉਹ ਸਾਡੇ ਵਿਰੁੱਧ ਹਾਈ ਕੋਰਟ 'ਚ ਗਏ ਸੀ। ਮਾਨਯੋਗ ਹਾਈ ਕੋਰਟ ਨੇ ਉਹਨਾਂ ਦੀ ਉਸ ਸ਼ਿਕਾਇਤ ਨੂੰ ਵੀ ਡਿਸਮਿਸ ਕਰ ਦਿੱਤਾ, ਫਾਈਲ ਕਰ ਦਿੱਤਾ। ਜਿਹੜੇ ਉਹਦੇ 'ਚ ਇਹਨਾਂ ਨੇ ਮੈਨੂੰ ਵੀ ਪਾਰਟੀ ਬਣਾਇਆ ਸੀ, ਮਾਨਯੋਗ ਹਾਈ ਕੋਰਟ ਨੇ ਉਸ ਸ਼ਿਕਾਇਤ ਨੂੰ ਵੀ ਫਾਈਲ ਕਰ ਦਿੱਤਾ ਤੇ ਮਾਨਯੋਗ ਲੋਕਪਾਲ ਨੇ ਇਹ ਦੂਜੀ ਸ਼ਿਕਾਇਤ ਨੂੰ ਵੀ ਡਿਸਮਿਸ ਕਰ ਦਿੱਤਾ। ये मुकेरिया का डायरेक्टर सी सर? ਹਾਂ, ਜਿਹੜਾ ਇੱਕ ਮਕੇਰੀਆਂ ਦਾ ਸੀ ਤੇ ਇੱਕ ਜਲੰਧਰ ਦਾ ਸੀ। ਮੈਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਬਣਾਏ ਹੋਏ ਸੰਵਿਧਾਨ ਤੇ ਆਪਣੇ ਲੋਕਾਂ ਤੇ ਵਿਸ਼ਵਾਸ ਸੀ ਕਿ ਇਹ ਜਿਹੜੀਆਂ ਚੀਜ਼ਾਂ ਨੇ ਮੇਰੇ ਹੁਸ਼ਿਆਰਪੁਰ ਦੇ ਲੋਕ ਜਾਣਦੇ ਨੇ ਕਿ ਪਿਛਲੇ 6-7 ਮਹੀਨੇ ਤੋਂ ਮੇਰੇ ਵਿਰੁੱਧ ਇਲਜ਼ਾਮ ਲਗਾ ਰਹੇ ਸੀ ਔਰ ਜਿੱਦਾਂ ਜਿੱਦਾਂ ਇਹਨਾਂ ਨੇ ਮੇਰੇ ਵਿਰੁੱਧ ਇਲਜ਼ਾਮ ਲਗਾਏ, ਕਾਰਪੋਰੇਸ਼ਨ ਦੇ ਇਲੈਕਸ਼ਨ ਆਏ
ਲੋਕਾਂ ਨੇ ਇਹਨਾਂ ਦੇ ਇਲਜ਼ਾਮਾਂ ਦਾ ਜਵਾਬ ਦਿੱਤਾ। ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਕਿਸੇ ਬਾਰੇ, ਮੇਰੀ ਆਦਤ ਨਹੀਂ ਨਿੱਜੀ ਤੌਰ ਤੇ ਕਿਸੇ ਤੇ ਅਟੈਕ ਕਰਨ ਦੀ। ਅੱਜ 2022 ਦਾ ਇਲੈਕਸ਼ਨ ਆ ਰਿਹਾ, ਇਹਦਾ ਮੈਨੂੰ ਤਾਂ ਨਿਰਦੋਸ਼ ਕੋਰਟ ਨੇ ਸਾਬਤ ਕਰ ਦਿੱਤਾ ਤੁਹਾਡੇ ਲੋਕਾਂ ਦੇ ਸਾਹਮਣੇ, ਔਰ ਇਹ ਲੋਕ ਜਾਣਦੇ ਨੇ, ਮੇਰੇ ਹੁਸ਼ਿਆਰਪੁਰ ਦੇ ਲੋਕ ਜਾਣਦੇ ਨੇ 2022 ਦੇ ਵਿੱਚ ਇਹਨੇ ਝੂਠਾਂ ਜਿਹੜੇ ਇਹਨਾਂ ਨੇ ਮੇਰੇ ਤੇ ਇਲਜ਼ਾਮ ਲਗਾਏ ਨੇ, ਉਹਦਾ ਦਾ 2022 ਚ ਹੁਸ਼ਿਆਰਪੁਰ ਦੇ ਲੋਕ ਇਹਨਾਂ ਨੂੰ ਜਵਾਬ ਦੇਣਗੇ। ਮੈਂ ਮੇਰੇ ਮਨ ਦੇ ਅੰਦਰ ਨਾ ਵੀਰ ਦਵਿੰਦਰ ਦੇ ਪ੍ਰਤੀ, ਨਾ ਇੱਥੇ ਹੋਰ ਕਿਸੇ ਦੇ ਪ੍ਰਤੀ ਮੇਰੇ ਮਨ ਦੇ ਅੰਦਰ ਕੋਈ ਵੀ ਕਿਸੇ ਤਰ੍ਹਾਂ ਦੀ ਇਹਨਾਂ ਦੇ ਵਿਰੁੱਧ ਭਾਵਨਾ ਨਹੀਂ ਹੈ। ਮੈਂ ਇਹ ਸਿਆਸਤ ਦੇ ਵਿੱਚ ਇਹ ਚੀਜ਼ਾਂ ਮੈਂ ਸਮਝਦਾ ਕਿ ਹੁੰਦੀਆਂ ਰਹਿੰਦੀਆਂ ਨੇ, ਪਰ ਇੱਕ ਕਿਸੇ ਤੇ ਗਲਤ ਜਿਹੜੇ ਮੈਂ ਕਹਿੰਦਾ ਇਲਜ਼ਾਮ ਨਹੀਂ ਲਗਾਉਣੇ ਚਾਹੀਦੇ। 6-7 ਮਹੀਨੇ ਲੱਗ ਗਏ ਇਹਨਾਂ ਨੇ ਕੇਸ ਕੀਤੇ, ਜਦੋਂ ਸਾਰੇ ਡਿਸਮਿਸ ਹੋਏ ਤਾਂ ਅੱਜ ਮੈਨੂੰ ਇਹ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਤੁਹਾਨੂੰ ਦੱਸਣਾ ਪਿਆ। ਬਾਕੀ ਮੈਂ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ, ਮੈਂ ਤੁਹਾਨੂੰ ਫੈਸਲੇ ਦੀਆਂ ਕਾਪੀਆਂ ਦੇ ਰਿਹਾ। ਮੇਰੇ ਵਿਰੁੱਧ ਹੁਣ ਕੋਈ ਸ਼ਿਕਾਇਤ ਨਹੀਂ ਹੈ। 2 ਕੇਸ ਸੀ, ਦੋਨੇ ਡਿਸਮਿਸ ਹੋ ਗਏ। एक आज ने प्रेस कॉन्फ्रेंस ਕੀਤਾ ਸੀ ਟੀਚਰ ਸੂਚੀ ਨੇ ਅੱਜ ਤੋਂ ਪਹਿਲੇ ਕੀਤਾ ਸੀ ਪ੍ਰੈਸ ਕਾਨਫਰੰਸ। ਅੱਛਾ ਜੀ, ਉਹਨਾਂ ਨੇ ਇਹ ਕਿਹਾ ਸੀ ਕਿ ਜਿਹੜਾ ਸਟ੍ਰੀਮਿੰਗ ਕਮੇਟੀ ਦੇ ਤੁਹਾਨੂੰ ਪਾਇਆ ਹੋਇਆ ਬੰਦਾ ਆਪਣਾ ਮੈਂਬਰ ਪਾਇਆ ਹੋਇਆ ਜਿਹੜਾ ਉੱਚੇ ਵੀ ਤਰ੍ਹਾਂ ਜਤਾਇਆ ਹੋਇਆ ਕਿ ਹਾਈ ਸਰ ਦੇਖੋ ਮੈਂ ਟੀਚਰ ਸੂਜੀ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ। ਉਹ ਚੌਥੇ ਦਿਨ ਪ੍ਰੈਸ ਕਾਨਫਰੰਸ ਕਰਦੇ ਰਹਿੰਦੇ ਨੇ, ਮੈਂ ਕਦੀ ਉਹਨਾਂ ਦਾ ਜਵਾਬ ਨਹੀਂ ਦਿੱਤਾ। ਮਾਨਯੋਗ ਸਾਡੇ ਮੁੱਖ ਮੰਤਰੀ ਚਰਨਜੀਤ ਚੰਨੀ ਜੀ ਜੋ ਤੁਸੀਂ ਉੱਥੇ ਮਿਲੇ ਸੀ, ਜਦੋਂ ਉਹ ਆਏ ਸੀ ਉਹਨਾਂ ਨੇ ਤੁਹਾਨੂੰ ਕਿਹਾ ਸੀ ਅਸੀਂ ਇਹਨਾਂ ਨੂੰ ਮਿਨਿਸਟਰੀ ਚੋਂ ਲੈ ਕੇ ਤੇ ਪਾਰਟੀ ਦੀ ਜ਼ਿੰਮੇਵਾਰੀ ਦੇ ਰਹੇ ਹਾਂ ਕਿ ਇਹਨਾਂ ਦੀ ਸਾਨੂੰ ਪਾਰਟੀ ਵਿੱਚ ਲੋੜ ਹੈ, ਤੇ ਮੈਂ ਉਹਨੂੰ ਸਵੀਕਾਰ ਕੀਤਾ ਸੀ। ਸਿਰ ਮੱਥੇ ਲੈ ਕੇ ਮੈਂ ਪਾਰਟੀ 'ਚ ਕੰਮ ਕਰ ਰਿਹਾ। ਇੱਕ 6 ਮੈਂਬਰੀ ਅਰਬਨ ਕਮੇਟੀ ਵੀ ਬਣੀ ਹੈ ਜਿਹਦੇ ਵਿੱਚ 5 ਮਿਨਿਸਟਰ ਤੇ 6ਵਾਂ ਮੈਂ ਮੈਂਬਰ ਹੈ। ਸਾਡੀ ਕੱਲ ਮੀਟਿੰਗ ਹੋ ਕੇ ਹਟੀ ਹੈ। ਬਹੁਤ ਹਾਈ ਪਾਵਰ ਕਮੇਟੀ ਬਣੀ ਹੈ ਜਿਹੜੀਆਂ ਅਰਬਨ ਸੀਟਾਂ ਤੇ ਕੰਮ ਕਰ ਰਹੀ ਹੈ, ਉਹਦਾ ਵੀ ਮੈਨੂੰ ਮੈਂਬਰ ਬਣਾਇਆ ਗਿਆ ਔਰ ਮੈਂ ਪਾਰਟੀ ਲਈ ਦਿਨ ਰਾਤ ਕੰਮ ਕਰਦਾ ਰਹਾਂਗਾ। ਜੋ ਪਾਰਟੀ ਦਾ ਹੁਕਮ ਹੋਏਗਾ ਮੇਰੇ ਸਿਰ ਮੱਥੇ ਹੈ। ਪਰ ਮੈਂ ਸਿਰਫ ਅੱਜ ਜੋ ਇਹਨਾਂ ਨੇ ਗਲਤ ਇਲਜ਼ਾਮ ਲਗਾਏ ਨੇ ਇਹਦਾ ਜੋ ਵੀ ਹਿਸਾਬ ਕਿਤਾਬ ਹੈ ਮੈਂ ਸਾਰਾ ਹੁਸ਼ਿਆਰਪੁਰ ਦੇ ਆਪਣੇ ਲੋਕਾਂ ਨੂੰ, ਹੁਸ਼ਿਆਰਪੁਰ ਦੀ ਜਨਤਾ ਦੇ ਹਵਾਲੇ ਕਰਦਾ ਕਿ ਉਹ ਇਹਦਾ ਜਵਾਬ ਦੇਣਗੇ। ਮੈਂ ਕਿਸੇ ਨੂੰ ਕੁਝ ਨਹੀਂ ਕਹਿਣਾ ਚਾਹੁੰਦਾ। ਅੱਜ ਮੈਨੂੰ ਪਰਮਪਿਤਾ ਪਰਮਾਤਮਾ ਦਾ ਵੀ ਮੈਂ ਧੰਨਵਾਦੀ ਹਾਂ ਔਰ ਆਪਣੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਜੀ ਦੇ ਬਣਾਏ ਹੋਏ ਸੰਵਿਧਾਨ ਦਾ ਵੀ, ਔਰ ਆਪਣੇ ਮਾਨਯੋਗ ਹਾਈ ਕੋਰਟ, ਮਾਨਯੋਗ ਲੋਕਪਾਲ ਜਿੱਥੋਂ ਇਹ ਸਾਰੇ ਕੇਸ ਫਾਈਲ ਤੇ ਡਿਸਮਿਸ ਹੋਏ ਨੇ ਔਰ ਇੱਕ ਮੈਨੂੰ ਨਿਰਦੋਸ਼ ਸਾਬਤ ਕੀਤਾ ਹੈ। ਬੜੇ ਨੂੰ ਦੇਖੋ ਬੰਦੇ ਨੂੰ ਪਰੇਸ਼ਾਨੀ ਤਾਂ ਬਹੁਤ ਹੁੰਦੀ ਆ ਕਿਸੇ ਤੇ ਗਲਤ ਇਲਜ਼ਾਮ ਲਗਾਣੇ, ਪਰ ਪਰਮਪਿਤਾ ਪਰਮਾਤਮਾ ਦੀ ਕਿਰਪਾ ਹੋਵੇ, ਤੁਸੀਂ ਸੱਚੇ ਹੋਵੋ, ਇੱਕ ਨਾ ਇੱਕ ਦਿਨ ਇਹਦਾ ਫੈਸਲਾ ਜ਼ਰੂਰ ਹੁੰਦਾ ਹੈ। ਅੱਜ ਸਰ 12 ਦਿਨ ਪਹਿਲਾਂ ਵੀ ਇਹ ਪ੍ਰੈਸ ਕਾਨਫਰੰਸ ਹੋ ਸਕਦੀ ਸੀ ਜਿਹੜੀ ਤੁਸੀਂ ਕਰ ਕੇ ਫੈਸਲਾ ਸੁਣਾਇਆ ਨਾ ਜੀ, ਲਿਖਦੇ ਆ ਵੀ ਜਦੋਂ ਮੈਨੂੰ ਮਿਲਣਾ ਸੀ ਅੱਜ ਹੀ ਮੈਨੂੰ ਮਿਲਿਆ, ਮੈਂ ਅੱਜ ਹੀ ਫੈਸਲਾ ਮਰੋੜਾ ਸਾਹਿਬ ਚਾਹੇ ਚੁਣਾਵ ਨਜ਼ਦੀਕ ਹੈ ਉਹਦੇ ਕਰਕੇ ਚੁਣਾਵੀ ਮਤਲਬ ਜਿਹੜੀ ਬੋਲ ਹੈ ਪੋਲੀਟੀਕਲ ਬੰਦੇ ਤੋਂ ਬਦਲ ਜਾਂਦੀ। ਅੱਜ ਟੀਚਰ ਜੀ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਉੱਚ ਸਾਰੇ ਸੀਗੇ। ਉਹਨਾਂ ਨੇ ਕਿਹਾ ਹੁਸ਼ਿਆਰਪੁਰ ਦਾ ਮੁੰਡਾ, ਮਤਲਬ ਤੁਹਾਨੂੰ ਜਿਹੜੀ ਸੰਗਿਆ ਦਿੱਤੀ ਹੁਸ਼ਿਆਰਪੁਰ ਦਾ ਮੁੰਡਾ ਕਿ ਸਾਡਾ ਮੁੰਡਾ ਜਿਹੜਾ ਹੁਸ਼ਿਆਰਪੁਰ ਦਾ ਹੈਗਾ ਉਹ ਜਿਹੜਾ ਕਰਪਸ਼ਨ ਨੂੰ ਲੈ ਕੇ ਕਿ ਬਹੁਤ ਵੱਡਾ ਡਿਜੀਟ ਲੈ ਕੇ ਆਏ ਆਹ ਰਿਕਾਰਡ ਹੈ। ਮਤਲਬ ਅਸਲ ਦੇ ਵਿੱਚ ਦੇਖੋ ਉਹ ਕੁਝ ਵੀ ਕਹਿ ਸਕਦੇ ਆ। ਮੈਂ ਤੁਹਾਨੂੰ ਬੇਨਤੀ ਕੀਤੀ ਹੈ ਕਿ ਇਹਦਾ ਜਵਾਬ ਮੇਰੇ ਹੁਸ਼ਿਆਰਪੁਰ ਦੇ ਲੋਕ ਦੇਣਗੇ ਜਿਹੜੇ ਮੈਨੂੰ ਪਿਆਰ ਕਰਦੇ ਆ। ਇਹ ਇਲਜ਼ਾਮ ਤਾਂ ਉਦੋਂ ਵੀ ਲਾਉਂਦੇ ਸੀ ਜੀ। ਇਹਨਾਂ ਦੇ 5 ਨੰਬਰ ਵਾਰਡ 'ਚ ਇਹਨਾਂ ਦੇ ਮਾਨਯੋਗ ਫੈਮਿਲੀ ਮੈਂਬਰ ਲੜੇ ਸੀ, ਉੱਥੇ ਲੋਕਾਂ ਨੇ ਕੀ ਹਾਲ ਕੀਤਾ। ਇਹ 2022 ਦੇ ਦਾ ਜਵਾਬ ਤੇ ਅੱਜ ਹੀ ਹੋ ਗਿਆ ਸਾਰਾ। ਸਰ ਇੱਕ ਉਹਨਾਂ ਨੇ ਹੋਰ ਆਰੋਪ ਲਗਾਇਆ ਸੀਗਾ ਕਿ ਪੂਰੀ ਕਾਂਗਰਸ ਪਾਰਟੀ ਦੇ ਵੀ ਇਹ ਭ੍ਰਸ਼ਟਾਚਾਰ ਜਿਹੜੇ ਆ ਲੋਕ ਉਹਨਾਂ ਦੀ ਅਤੈਚੀ ਆ, ਕੱਲੇ ਤੁਹਾਡੇ ਤੇ ਨਹੀਂ ਬਾਕੀਆਂ ਤੇ ਵੀ ਉਹਨਾਂ ਨੇ ਸਰ ਮੈਂ ਦੇਖੋ ਤੁਸੀਂ ਮੇਰੇ ਸਤਿਕਾਰਯੋਗ ਬੈਠੇ ਹੋ, ਸ਼੍ਰੀ ਟੀਕਸ਼ਨ ਸੂਦ ਜੀ ਨੂੰ ਤੁਸੀਂ ਵੀ ਜਾਣਦੇ ਹੋ ਤੇ ਮੈਨੂੰ ਵੀ ਤੁਸੀਂ ਜਾਣਦੇ ਹੋ। ਆਪਣੇ ਮਨ 'ਚ ਫੈਸਲਾ ਕਰ ਲਈਓ ਵੀ ਕੌਣ ਕੀ ਹੈਗਾ, ਤੁਹਾਡੇ ਤੇ ਹੀ ਮੈਂ ਫੈਸਲਾ ਛੱਡ ਦਿੰਦਾ। ਜੋ ਤੁਹਾਡੇ ਮਨ 'ਚ ਆਏਗਾ, ਅਗਰ ਮੇਰੇ ਤੇ ਕਰਪਸ਼ਨ ਲੱਗਦੀ ਹੈ ਤਾਂ ਉਹ ਲਿਖ ਦਈਓ, ਜੇ ਉਹਦੇ ਬਾਰੇ ਤੁਸੀਂ ਜਾਣਦੇ ਹੋ ਤਾਂ ਰੱਬ ਨੂੰ, ਆਪਣੇ ਪਰਮਪਿਤਾ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਹ ਲਿਖ ਦਈਓ। ਮੈਂ ਕੁਝ ਨਹੀਂ ਕਹਿਣਾ ਚਾਹੁੰਦਾ। ਇਹਦੇ ਸਾਰੀਆਂ ਜਿੰਨੇ ਵੀ ਇਹਦੇ ਝੂਠੇ ਇਲਜ਼ਾਮ ਹੈ ਇਹ ਸਾਰਾ 2022 ਦੇ ਵਿੱਚ ਹੁਸ਼ਿਆਰਪੁਰ ਦੀ ਜਨਤਾ ਜਵਾਬ ਦੇਵੇਗੀ। ਮੈਂ ਤਾਂ ਇੰਨੀ ਗੱਲ ਕਹਿਣਾ ਚਾਹੁੰਦਾ। ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ, ਇਹ ਕੰਮ ਨਹੀਂ ਬਰਦਾਸ਼ਤ ਹੋ ਰਹੇ। ਮੈਨੂੰ ਲੱਗਦਾ ਕਿ ਜਿਹੜੀ
ਅੱਜ ਦੀ ਇਹਨਾਂ ਨੇ, ਤੁਸੀਂ ਦੱਸ ਰਹੇ ਹੋ, ਮੈਨੂੰ ਨਹੀਂ ਪਤਾ ਕਿਉਂਕਿ ਰੋਜ਼ ਪ੍ਰੈਸ ਕਾਨਫਰੰਸਾਂ ਕਰਦੇ ਰਹਿੰਦੇ ਨੇ, ਮੈਂ ਕਦੀ ਧਿਆਨ ਨਹੀਂ ਦਿੱਤਾ। ਮੈਨੂੰ ਲੱਗਦਾ ਕਿ ਇਹ ਜਿਹੜੇ ਪਹਿਲਾਂ ਇਲਜ਼ਾਮ ਲਾਉਂਦੇ ਰਹੇ, ਮੈਂ ਤੁਹਾਨੂੰ ਇੱਕ ਦੋ ਐਗਜ਼ਾਮਪਲਾਂ ਦਿੰਨਾ, ਇਹ ਪਲੀਜ਼ ਮੇਰੀ ਗੱਲ ਸੁਣੋ। ਇਹਨਾਂ ਨੂੰ ਪਤਾ ਲੱਗ ਗਿਆ ਹੁਣ ਮਾਨਯੋਗ ਮੁੱਖ ਮੰਤਰੀ ਜੀ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਣ ਆ ਰਹੇ ਆ। ਇੱਥੇ ਇੱਕ ਅਸੀਂ ਪਾਰਕ ਬਣਾ ਰਹੇ ਹਾਂ, ਬਹੁਤ ਵੱਡਾ ਪਾਰਕ, ਲੇਕ ਬਣ ਰਹੀ ਹੈ ਜਿੱਥੇ ਬੋਟਿੰਗ ਹੋਇਆ ਕਰੇਗੀ, ਓਪਨ 에ਅਰ ਥੀਏਟਰ ਹੋਏਗਾ। ਮੈਂ ਤਾਂ ਸੁਪਨੇ ਹੁਸ਼ਿਆਰਪੁਰ ਦੇ ਲੋਕਾਂ ਦੇ ਤੁਹਾਡੇ ਆਸ਼ੀਰਵਾਦ ਲੈ ਕੇ ਹੁਸ਼ਿਆਰਪੁਰ ਨੂੰ ਐਡਾ ਉੱਚਾ ਲਿਜਾਣਾ ਚਾਹੁੰਦਾ ਕਿ ਹੁਸ਼ਿਆਰਪੁਰ ਦੀ ਇੱਕ ਦਿੱਖ ਜਿਹੜੀ ਹੈ ਪੰਜਾਬ ਦੇ ਵਿੱਚ ਬਹੁਤ ਉੱਚੀ ਦਿਖੇ। ਇਹ ਸਾਰੀਆਂ ਚੀਜ਼ਾਂ ਬਰਦਾਸ਼ਤ ਨਹੀਂ ਹੋ ਰਹੀਆਂ, ਉਹਦੇ ਕਰਕੇ ਪ੍ਰੈਸ ਕਾਨਫਰੰਸਾਂ, ਝੂਠੇ ਇਲਜ਼ਾਮ, ਪਰ ਸੱਚ ਦੀ ਸਦਾ ਜਿੱਤ ਹੁੰਦੀ ਹੈ। ਜਿਹੜਾ ਇੱਕ शब्द है ना जी, और डेट कौन सा है सर मेडिकल कॉलेज का? हाँ जी, मेडिकल कॉलेज के नींव पत्थर का डेट कौन सा है? डेट कौन सा है नींव पत्थर का? मेडिकल कॉलेज का नींव पत्थर का मेडिकल कॉलेज नींव पत्थर रखने की वो मैं तो कहता हूँ अभी ना दूं, वो कल दोबारा करूँ। एक ना शब्द है संस्कृत में, हिंदी में बोलो, सत्यमेव जयते। जो सत्यमेव जयते शब्द है ना, उसमें सब कुछ आ जाता है, सदा सच्चाई की जीत होती। मैं तो सिर्फ तुम ये गल कहना, 18 तरीक ਨੂੰ जो अज तक मेरे को प्रोग्राम पहुंचे, मानयोग मुख मंत्री जी ਇੱਥੇ ਉਹਦਾ ਨੀਂਹ ਪੱਥਰ ਰੱਖਣ ਆ ਰਹੇ ਮੈਡੀਕਲ ਕਾਲਜ ਦਾ, ਤੇ ਜਿਹੜਾ ਸਾਡਾ ਇੱਕ ਬਹੁਤ ਹੀ ਬਿਗ ਪਾਰਕ ਜਿਹੜਾ ਬਣ ਰਿਹਾ ਉਹਦਾ ਨੀਂਹ ਪੱਥਰ ਰੱਖਣ ਆ ਰਹੇ ਆ। 18 को सर? 18 को सर? इस सैटरडे 18 या सैटरडे। अभी सीएम साहब से बात हुई थी। सर एक पार्क कहाँ पर बनेगी सर? ये छोटा छोड़ दो, आप पहले ही लिख देंगे सारा कुछ। ये हो गया 18 शनिवार को आ रहे हैं। वो टाइमिंग थोड़ा ऐसा है ना, वो चेंज हो सकता है आगे पीछे, इसलिए टाइम चेंज होगा, दिन तो नहीं चेंज होगा। नहीं, शनिवार को आएंगे, शनिवार को आएंगे। ਇਹ ਮਾੜਾ ਜਿਹਾ ਇੰਨਾ ਹੀ ਦੱਸ ਦਿਓ ਕਿ ਬੁਖਲਾਹਟ ਦੇ ਨਾਲ ਹੈਗੇ ਇਦਾਂ ਦੇ जी ਜਿਹੜੇ जी, ਬੋਖਲਾਹਟ ਬੁਖਲਾਹਟ ਜਿਹੜੀ ਹੈਗੀ ਆ ਇਹ ਇਹਨੇ ਹੁਸ਼ਿਆਰਪੁਰ ਦੀ ਡਿਵੈਲਪਮੈਂਟ ਦੀ ਬੁਖਲਾਹਟ ਹੈ। ਤੁਸੀਂ ਦੇਖ ਕੇ ਮੈਂ ਹੁਣ ਕੁਝ ਕਹਿਣਾ ਨਹੀਂ ਚਾਹੁੰਦਾ, ਕੈਮਰੇ ਤੋਂ ਬਾਅਦ ਮੈਂ ਕਹਾਂਗਾ, ਤੁਸੀਂ ਆਪ ਫੈਸਲਾ ਕਰ ਲਿਓ। ਤੁਸੀਂ ਟਿਕਸ਼ਨ ਸੂਦ ਸਾਹਿਬ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਹੋ, ਮੈਨੂੰ ਵੀ ਚੰਗੀ ਤਰ੍ਹਾਂ ਜਾਣਦੇ ਹੋ। ਜੋ ਤੁਹਾਨੂੰ ਤੁਹਾਡਾ ਮਨ ਕਰੇ, ਕਿਹੜਾ ਸਾਫ਼ ਕਿਹੜਾ ਝੂਠਾ ਤੁਸੀਂ ਲਿਖ ਦਿਓ, ਮੈਂ ਤੁਹਾਡੇ ਤੇ ਛੱਡਤਾ। ਬਾਕੀ ਇਹਦੇ ਜਿਹੜੇ ਝੂਠੇ ਇਹ ਇਲਜ਼ਾਮ ਹੈ, ਇਹ 2022 ਦੇ ਵਿੱਚ ਹੁਸ਼ਿਆਰਪੁਰ ਦੀ ਜਨਤਾ ਜਵਾਬ ਦੇਗੀ ਇਹਨਾਂ। ਮੈਂ ਤਾਂ ਇਹੀ ਕਹਿ ਸਕਦਾ, ਪਰ ਮੈਂ ਦੇਰ ਆਏ ਦਰੁਸਤ ਆਏ, ਪਰਮਾਤਮਾ ਨੇ ਸਹੀ ਫੈਸਲਾ ਦਿੱਤਾ। ਅੱਜ ਇਹਨਾਂ ਦੇ ਸਾਰੇ ਜਿਹੜੇ ਕੇਸ ਸੀ ਡਿਸਮਿਸ ਹੋਏ ਨੇ, ਔਰ ਮਾਨਯੋਗ ਅਦਾਲਤ ਨੇ ਮੈਨੂੰ ਬਿਲਕੁਲ ਸਾਫ਼ ਬਰੀ ਕੀਤਾ, ਦੋਸ਼ਾਂ ਤੋਂ ਮੁਕਤ ਕੀਤਾ ਕਿ ਮੇਰੇ ਉੱਪਰ ਕੋਈ ਦੋਸ਼ ਨਹੀਂ ਹੈ। ਔਰ ਉਹਦੇ ਮੈਂ ਤੁਹਾਨੂੰ ਫੈਸਲੇ ਦੀਆਂ ਕਾਪੀਆਂ ਲੋਕਪਾਲ, ਮਾਨਯੋਗ ਲੋਕਪਾਲ ਦੀਆਂ ਦੇ ਰਿਹਾ। ਤੇ ਜਿਹੜੀ ਹਾਈ ਕੋਰਟ ਦਾ ਵੀ ਜਿਹੜੇ ਇਹਨਾਂ ਨੇ ਤੁਹਾਨੂੰ ਡਾਇਰੈਕਟਰ ਦਿਖਾਏ ਸੀ, ਉਹ ਵੀ ਜਿਹੜਾ ਇਹਨਾਂ ਦੀ ਜਿਹੜੀ ਰਿਟ ਸੀ ਉਹ ਫਾਈਲ ਹੋਈ ਹੈ, ਉਹ ਵੀ ਹਾਈ ਕੋਰਟ ਦਾ ਫੈਸਲਾ ਵੀ। ਇਹ ਦੋਨੇ ਜਿਹੜੇ ਫੈਸਲੇ ਨੇ ਇਹ ਸਾਰੇ ਹੈ ਜੀ ਲੋਕਪਾਲ, ਮਾਨਯੋਗ ਲੋਕਪਾਲ ਦਾ ਫੈਸਲਾ। ਹੁਸ਼ਿਆਰਪੁਰ ਤੋਂ ਅਸ਼ਵਨੀ ਸ਼ਰਮਾ ਦੀ ਇਹ ਖਾਸ ਰਿਪੋਰਟ। ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ, ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ ਵਿਜ਼ੀਲੈਕਸ weight lose, ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਓ ਤੇ ਖੁਸ਼ ਹੋ ਜਾਓ। ਫ੍ਰੀ ਰਿਲੀਫ ਪਾਵਰ ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ। ਫ੍ਰੀ ਰਿਲੀਫ ਪਾਵਰ। ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ। ਕਬਜ਼ ਤੋਂ ਛੁਟਕਾਰਾ ਪਾਉਣ ਲਈ ਆ ਗਿਆ ਕਬਜ਼ ਹਰ ਚੂਰਨ। ਕਬਜ਼ ਹਰ ਚੂਰਨ ਨੂੰ ਅਪਣਾਓ ਤੇ ਕਬਜ਼ ਤੋਂ ਛੁਟਕਾਰਾ ਪਾਓ। ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 94784 84087। ਨੰਬਰ ਇੱਕ ਵਾਰ ਫਿਰ ਤੁਸੀਂ ਨੋਟ ਕਰ ਸਕਦੇ ਹੋ 9478 484087।